दोहरा। एक ओंकारा सतगुरु तै प्रसाद सच होय। वाहिगुरु जी की फतेह है। बिघ्न विनाशन सोय। श्री नानक पुरुषोत्तमं परम परावर नाथ। जुगल चरण मम बंदना थर पर थर कर माथ। श्री अंगद कंदन बिगना बदन सुमंगल साला। परण शरण कर चरण का नमस्कार धर पाल। श्री सतगुर वारे अमर जी शरण नरण दुख हरण। कारण करण सुजान मन नमस्कार तिन चरण। रामदास सुख रास प्रभ सेवक त्रास बिदार। पग पर मोर प्रणाम है परना शरण विचार। श्री अर्जन श्रोता अर्ज सिरजन आरज ताहे। लरजित जम जिन नाम ते बंदों तिन जुग पाए। श्री गुरु हर गोबिंद वार सनद बद धर ध्यान। बंद दो कर बंदना सुंदर दुत मदिना। श्री सतगुर हरि राय के नाई ते आए अग जाए। कर पद पर प्रणाम को यते निद सिध आए। दर्शन श्री हरि कृष्ण का नै पुन हरण जोर तीना। चरण मनोहर बंदना जिन सिखन सुख कीना। तेग बहादुर धर्म तुझा हरता तुरकन मूला। चरण शरण तारण तरण नम होए अनुकूला। श्री गुरु गोबिंद सिंह जी कलगी धरे अवतार। खंडे खंड पखंड जिया त्यों मम विघ्न निवार। सर्व पंथ गुरु ग्रंथ को नमस्कार बहुबार। सर्व पंथ गुरु ग्रंथ को नमस्कार बहुबार। सतनाम श्री वाहिगुरु जी। गुर को वाक सुनावन कीयो। सिखनी हरख धार उर लियो। सो विद करे सथन पै आवा। सहत सुने सो नंदन प्यावा। वाहिगुरु जी का खालसा वाहिगुरु जी की फतेह। तन तन साहिब महाराज गरीब नवाज वाली दो जहान चवर छत्र तखत दे मालक गुरता गद्दी ते विराजमान जुगो जुग अटल साहिब श्री गुरु ग्रंथ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ जी ਦੀ पावन हजूरी अंदर
ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਗੁਰੂ ਮਹਾਰਾਜ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਹੋਈ ਹੈ। ਸੰਧਿਆ ਵੇਲੇ ਗੁਰੂ ਕੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਨਾਮ ਸਿਮਰਨ ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ, ਗੁਰੂ ਕੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ ਜੀ। ਉਪਰੰਤ ਗੁਰੂ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਹੈ। ਦਸ਼ਮੇਸ਼ ਪਿਤਾ ਜੀ ਸਰਵੰਸ ਦੇ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜੀਵਨ ਕਥਾ ਹੈ। ਸਤਿਗੁਰੂ ਜੀ ਮਹਾਰਾਜ ਦਿੱਲੀ ਦੇ ਵਿੱਚ ਨੇ ਅਤੇ ਮਹਾਰਾਜ ਦੱਖਣ ਵੱਲ ਹੁਣ ਜਾਣਾ ਚਾਹੁੰਦੇ ਨੇ, ਅਤੇ ਸਤਿਗੁਰਾਂ ਨੇ ਆਪਣੇ ਮਹਿਲਾਂ ਨੂੰ ਮਾਤਾ ਸੁੰਦਰ ਕੌਰ ਨੂੰ ਕਿਹਾ ਵੀ ਤੁਸੀਂ ਸੋ ਇੱਥੇ ਅਟਕੋ। ਦਿੱਲੀ ਦੀਆਂ ਸੰਗਤਾਂ ਮੰਗ ਕਰਦੀਆਂ ਵੀ ਆਪਣੀ ਜਗ੍ਹਾ ਕੋਈ ਸੋ ਇੱਥੇ ਬਿਠਾਲ ਜਾਓ, ਕਿਸੇ ਨੂੰ ਰੋਜ਼ ਸੰਗਤ ਕਰਿਆ ਕਰਾਂਗੇ। ਪਰ ਮਾਤਾ ਸੁੰਦਰ ਕੌਰ ਜੀ ਫਿਰ ਕਹਿ ਰਹੇ ਨੇ ਪੁੱਤਰ ਦਾ ਵਿਜੋਗ ਕੀਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ, ਅਤੇ ਵੀ ਮੈਂ ਪੁੱਤਰ ਵੀ ਮੇਰਾ ਹੁਣ ਸ਼ਹੀਦ ਹੋ ਚੁੱਕਾ ਅਤੇ ਪਤੀ ਮੇਰੇ ਤੋਂ ਵਿਛੜ ਰਿਹਾ, ਅਤੇ ਕਿਵੇਂ ਸਮਾਂ ਕੱਟਾਂਗੀ। ਇੱਧਰ ਇੱਕ ਸਿੱਖ ਦੀ ਵਾਰਤਾ ਪਹਿਲੀ ਹੋਈ ਸੀਗੀ, ਉਹਦਾ ਜ਼ਿਕਰ ਕੀਤਾ ਹੈ। ਸੋ ਮਹਾਰਾਜ ਤੋਂ ਬੱਚੇ ਦੀ ਦਾਤ ਮੰਗਦਾ ਸੀ। ਇਸੇ ਤਰ੍ਹਾਂ ਇੱਕ ਬੀਬੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਹਦਾ ਪਿਤਾ ਨਹੀਂ ਸੀ, ਜਿਸ ਕਰਕੇ ਉਹ ਬੇਇੱਜ਼ਤੀ ਤੋਂ ਡਰਦੀ ਮਾਰੀ ਬੱਚੇ ਨੂੰ ਜੰਗਲ ਵਿੱਚ ਛੱਡਿਆ। ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਕੁਦਰਤੀ ਉੱਧਰ ਸ਼ਿਕਾਰ 'ਤੇ ਗਏ ਅਤੇ ਸਿੱਖ ਨੂੰ ਕਿਹਾ ਵੀ ਬੱਚੇ ਨੂੰ ਪਾਲ ਲੈ। ਜਿਵੇਂ ਫਿਰ ਸਤਿਗੁਰਾਂ ਨੇ ਆਖਿਆ ਉਸੇ ਤਰ੍ਹਾਂ ਫਿਰ ਸੁਨਿਆਰੇ ਸਿੱਖ ਨੇ ਬਚਨ ਮੰਨਿਆ, ਅਤੇ ਇਹਦੀ ਜਿਹੜੀ ਇਸਤਰੀ ਸੀ ਸੋ ਉਸ ਨੂੰ ਉਸ ਦੇ ਅਸਥਲਾਂ 'ਚੋਂ ਦੁੱਧ ਉਤਰਿਆ। ਮਹਾਰਾਜ ਦੇ ਬਚਨ ਸੱਤ ਹੋਏ ਅਤੇ ਫਿਰ ਇਸ ਨੇ ਬੱਚਾ ਲੈ ਲਿਆ ਅਤੇ ਬੱਚੇ ਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਆਓ ਅਗਲੀ ਕਥਾ ਸਰਵਣ ਕਰੀਏ ਜੀ। ਜੇ ਅਤ ਰਹਿਓ ਬਾਰਕ ਪ੍ਰਤਿਪਾਰਿਓ। ਉਹ ਫਿਰ ਜੀਵਤ ਰਿਹਾ। ਸੋ ਪਹਿਲੋਂ ਇਹ ਸੁਨਿਆਰੇ ਸਿੱਖ ਦਾ ਕਹਿਣਾ ਸੀ ਵੀ ਮਾਂ ਤੋਂ ਬਿਨਾਂ ਬੱਚਾ ਕਿਵੇਂ ਜੀਵਤ ਰਹਿ ਸਕਦਾ ਹੈ, ਬੱਚੇ ਨੂੰ ਮਾਤਾ ਦਾ ਦੁੱਧ ਚਾਹੀਦਾ। ਅਤੇ ਮਹਾਰਾਜ ਨੇ ਕਿਹਾ ਸੀ, ਕਹਿੰਦੇ ਭਾਈ ਜਿਹੜੀ ਤੇਰੀ ਔਰਤ ਹੈ ਸੋ ਉਸੇ ਨੂੰ ਹੀ ਦੁੱਧ ਉਤਰੇਗਾ। ਅਤੇ ਉਸਨੇ ਫਿਰ ਆਪਣਾ ਦੁੱਧ ਪਿਲਾਇਆ, ਬੱਚਾ ਬਚਿਆ, ਬੱਚਾ ਜੀਵਤ ਰਿਹਾ। ਦੰਪਤ ਆਪਣੋ ਪੁੱਤਰ ਵਿਚਾਰਿਓ। ਹੁਣ ਇਹਨਾਂ ਦੋਨਾਂ ਨੇ ਆਪਣਾ ਪੁੱਤਰ ਵਿਚਾਰਿਆ ਵੀ ਸਾਡਾ ਪੁੱਤਰ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ ਦੇ ਰੂਪ ਵਿੱਚ ਦਿੱਤਾ ਹੈ। 5 ਬਰਸ ਕੋ ਹੋਇਸ ਜਵੈ। ਇਹ ਬੱਚਾ ਉਦੋਂ 5 ਸਾਲਾਂ ਦਾ ਹੋ ਚੁੱਕਾ ਸੀਗਾ ਜਦੋਂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਸਨ, ਅਤੇ ਮਾਤਾ ਸੁੰਦਰ ਕੌਰ ਨੂੰ ਆਪਣੇ ਮਹਿਲਾਂ ਨੂੰ ਦਿੱਲੀ ਵਿੱਚ ਰਹਿਣ ਵਾਸਤੇ ਕਹਿ ਰਹੇ ਸਨ। ਗੁਰ ਮਹਿਲਾ ਪਿਖ ਸੁੰਦਰੀ ਤਵੈ। ਅਤੇ ਬੱਚੇ ਦੇ ਉੱਤੇ ਮਾਤਾ ਸੁੰਦਰ ਕੌਰ ਜੀ ਦੀ ਨਿਗਾਹ ਜਾਂਦੀ ਹੈ। ਬੱਚੇ ਦੀ ਨੁਹਾਰ ਦੇਖੀ, ਬੱਚੇ ਦਾ ਰੰਗ ਰੂਪ ਵੇਖਿਆ। ਸ਼੍ਰੀ ਅਜੀਤ ਸਿੰਘ ਸੁਤ ਅਨੁਹਾਰਾ। ਅਤੇ ਮਾਤਾ ਸੁੰਦਰ ਕੌਰ ਜੀ ਨੂੰ ਉਹਦੇ ਵਿੱਚੋਂ ਆਪਣਾ ਪੁੱਤਰ ਦਿਸਿਆ, ਕਿਉਂਕਿ ਨੈਣ ਨਕਸ਼ ਬੱਚੇ ਦੀ ਨੁਹਾਰ ਜਿਹੜੀ ਸੀ ਸਾਰੀ, ਅਤੇ ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਮਿਲਦੀ ਸੀ। ਬਾਰ ਬਾਰ ਕਰ ਪ੍ਰੇਮ ਨਿਹਾਰਾ। ਉਹ ਫਿਰ ਬਹੁਤ ਮੋਹ ਦੀ ਨਿਗਾਹ ਦੇ ਨਾਲ ਉਸ ਬੱਚੇ ਵੱਲ ਵਾਰ-ਵਾਰ ਤੱਕ ਰਹੀ ਸੀ ਮਾਤਾ। ਦਿੱਲੀ ਵਿਖੇ ਰਹੋ ਜਬ ਕਹਿਓ। ਜਦੋਂ ਸਤਿਗੁਰਾਂ ਨੇ ਕਿਹਾ ਵੀ ਤੁਸੀਂ ਇੱਥੇ ਦਿੱਲੀ ਦੇ ਵਿੱਚ ਹੀ ਰਹਿਣਾ ਕਰੋ। ਹਿਰਦੈ ਸੁੰਦਰੀ ਤਬ ਇਮ ਚਾਹਿਓ। ਅਤੇ ਫਿਰ ਉਸ ਵੇਲੇ ਮਾਤਾ ਸੁੰਦਰ ਕੌਰ ਜੀ ਦੇ ਮਨ ਵਿੱਚ ਵਿਚਾਰ ਆਈ ਉਸੇ ਵਕਤ, ਕਹਿਤ ਕੰਤ ਸਨ ਜੋਰਤ ਹਾਥ। ਤੇ ਹੱਥ ਜੋੜ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ। ਤਯੋ ਚਹਿਤ ਜੇ ਇਸ ਪੁਰ ਨਾਥ। ਹੇ ਸਤਿਗੁਰੂ ਜੀ, ਜੇ ਤੁਸੀਂ ਮੈਨੂੰ ਦਿੱਲੀ ਦੇ ਵਿੱਚ ਹੀ ਛੱਡਣਾ ਚਾਹੁੰਦੇ ਹੋ, ਮਮ ਸੁਤ ਕੀ ਇਹ ਸਿਸ ਅਨੁਹਾਰਾ। ਇਹ ਜਿਹੜਾ ਬੱਚਾ ਨਾ ਮੇਰੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗੀ ਇਸ ਦੀ ਨੁਹਾਰ ਹੈ। ਦੇਹੋ ਅਵੈ ਕਰਹੁ ਪ੍ਰਤਿਪਾਰਾ। ਇਹ ਬੱਚਾ ਮੈਨੂੰ ਦੇ ਦਿਓ, ਇਹ ਬੱਚਾ ਦੇ ਦਿਓ ਤੇ ਮੈਂ ਫਿਰ ਇਸ ਦੀ ਪਾਲਣਾ ਕਰਾਂਗੀ। ਸੁਤ ਸੰਪਾਰਕ ਕਰ ਮੈਂ ਰਾਖੋ। ਮੈਂ ਆਪਣਾ ਬੱਚਾ ਜਾਣ ਕੇ ਹੀ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਪਰਵਰਿਸ਼ ਕੀਤੀ ਸੀ
ਉਸੇ ਤਰ੍ਹਾਂ ਹੀ ਮੈਂ ਇਸ ਬੱਚੇ ਦੀ ਪਰਵਰਿਸ਼ ਕਰਾਂਗੀ, ਨਾਲੇ ਮੇਰਾ ਮਨ ਲੱਗਿਆ ਰਹੇਗਾ ਮਨ ਪਰ ਚਾਵਨ ਹਿਤ ਅਭਿਲਾਖੋਂ। ਤੇ ਮੇਰਾ ਮਨ ਇਸ ਦੇ ਨਾਲ ਜਿਹੜਾ ਉਹ ਪਰਚਿਆ ਰਹੇਗਾ ਇਸ ਦੇ ਪ੍ਰੇਮ ਵਿੱਚ। ਦੇਹੋ ਆਇਸ ਸ਼੍ਰੀ ਮੁਖ ਤੇ ਜਬੈ। ਸੋ ਆਪ ਜੀ ਆਪਣੇ ਮੁਖਾਰ ਬਿੰਤੋ ਆਗਿਆ ਦੇ ਦਿਓ ਜੀ। ਪਿਖ ਰਹੋ ਪਾਰਕ ਕਰ ਤਵੈ। ਮੈਂ ਇਹਨੂੰ ਪਾਲਕ ਪੁੱਤਰ ਵਾਂਗੂ ਰੱਖਾਂਗੀ ਤੇ ਇਸ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੀ। ਸ਼੍ਰੀ ਗੁਰ ਸੁਨ ਕੈ ਬਾਕ ਬਖਾਨਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤ੍ਰੈ ਕਾਲ ਦਰਸ਼ੀ ਨੇ, ਭੂਤ ਭਵਿੱਖ ਤੇ ਵਰਤਮਾਨ ਹਰ ਇੱਕ ਸਮੇਂ ਦੀ ਸੋਝੀ ਹੈ, ਕਰਨ ਕਾਰਨ ਸਮਰੱਥ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਵਾਸਤੇ ਕਹਿਣ ਲੱਗੇ ਹਨ, ਇਸ ਪਾਰ ਹੈ ਜਬ ਹੋਏ ਮਹਾਨਾ। ਸੱਚੇ ਪਾਤਸ਼ਾਹ ਕਹਿੰਦੇ ਜਿਸ ਬੱਚੇ ਨੂੰ ਤੂੰ ਸਾਹਿਬਜ਼ਾਦਾ ਅਜੀਤ ਸਿੰਘ ਸਮਝ ਕੇ ਪਾਲਣਾ ਤੇ ਜਦੋਂ ਇਸਨੇ ਵੱਡਾ ਹੋਣਾ ਹੈ। ਬਨ ਹੈ ਤੋਹੇ ਕਉ ਇਹ ਦੁਖ ਦਾਈ। ਇਹੋ ਹੀ ਬੱਚਾ ਤੇਰੇ ਵਾਸਤੇ ਦੁੱਖ ਦਾ ਕਾਰਨ ਬਣ ਜਾਵੇਗਾ। ਖੋਜ ਹੈ ਤਬ ਹੋਏ ਕੋ ਨਾ ਸਹਾਈ। ਫਿਰ ਕੋਈ ਵੀ ਉਪਾਅ ਨਹੀਂ ਹੋਵੇਗਾ ਇਸ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ, ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ। ਨਾਲੇ ਹੁਣ ਸਾਹਿਬਜ਼ਾਦਾ ਜੀ ਬਾਬਾ ਅਜੀਤ ਸਿੰਘ ਜੀ ਤੇ ਕਿੰਨਾ ਉਹਨਾਂ ਦਾ ਜਪ ਤਪ ਹੋਵੇਗਾ। ਸੋ ਫੇਰ ਕਿਤੇ ਜਾ ਕੇ ਸੋ ਗੁਰੂ ਘਰ ਵਿੱਚ ਉਸ ਦਾ ਜਨਮ ਹੋਇਆ ਤੇ ਸਾਰਾ ਗੁਣਾਂ ਦੇ ਨਾਲ ਹੀ ਬਾਬਾ ਜੀ ਭਰੇ ਹੋਏ ਸਨ। 12 ਸਾਲ ਦੀ ਉਮਰ ਵਿੱਚ ਤਾਂ ਇਹ ਜੰਗਾਂ ਦੇ ਵਿੱਚ ਹਿੱਸਾ ਲੈਣ ਲੱਗ ਪਏ ਸਨ ਬਾਬਾ ਅਜੀਤ ਸਿੰਘ ਜੀ। ਤੇ ਬਾਬਾ ਅਜੀਤ ਸਿੰਘ ਦੇ ਵਰਗਾ ਥੋੜ੍ਹੀ ਕੋਈ ਹੋ ਸਕਦਾ ਸੀਗਾ, ਪਰ ਉਸਦੇ ਮਨ ਵਿੱਚ ਇਹ ਵਿਚਾਰ ਜਿਹੜੀ ਆ ਰਹੀ ਸੀਗੀ ਵੀ ਇਹ ਨੁਹਾਰ ਜਿਹੜੀ ਹੈ ਸੋ ਇਹ ਮੇਰੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਰਗੀ ਹੈ। ਤੇ ਨਾਲੇ ਉਹ ਮੋਹ ਦੇ ਵਿੱਚੋਂ ਮਹਾਰਾਜ ਜੀ ਕੱਢਣਾ ਚਾਹੁੰਦੇ ਸੀਗੇ, ਅਜੇ ਤਾਂ ਨਹੀਂ ਨਿਕਲੇ। ਤੇ ਫਿਰ ਜਦੋਂ ਜਿਹੜਾ ਵਚਨ ਹੁਣ ਸਤਿਗੁਰਾਂ ਨੇ ਕਹਿ ਦਿੱਤਾ, ਬੜਾ ਇਹ ਵਚਨ ਇਹ ਸੀ, ਕਹਿੰਦੇ ਵੀ ਇਹ ਪੁੱਤਰ ਜਦੋਂ ਵੱਡਾ ਹੋ ਜਾਣਾ ਦੁੱਖ ਦਾ ਕਾਰਨ ਬਣ ਜਾਵੇਗਾ ਤੇ ਫਿਰ ਉਸ ਦੁੱਖ ਤੋਂ ਛੁੱਟਣ ਵਾਸਤੇ ਕੋਈ ਉਪਾਅ ਨਹੀਂ ਲੱਭਣਾ ਤੇ ਫਿਰ ਉਦੋਂ ਮੋਹ ਛੁੱਟੇਗਾ। ਤੇ ਹੁਣ ਵਚਨ ਮੰਨ ਕੇ ਜੇ ਕਿਤੇ ਮੋਹ ਤੋਂ ਛੁਟਕਾਰਾ ਇਹ ਪਾ ਲਵੇ। ਤੇ ਨਾਲੇ ਮਹਾਰਾਜ ਨੇ ਕਿਹਾ ਸੀ ਵੀ ਬਾਣੀ ਪੜ੍ਹੋ। ਹਾਂਜੀ, ਬਾਣੀ ਜਿਹੜੀ ਹੈ ਬਹੁਤ ਵੱਡਾ ਫਿਰ ਧੀਰਜ ਦਿੰਦੀ ਹੈ। ਬਾਣੀ ਦੇ ਨਾਲ ਬੜਾ ਭਾਰੀ ਟਿਕਾ ਬਣਦਾ, ਵੱਡੇ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਹੈ ਉਹ ਬਾਣੀ ਦੇ ਨਾਲ ਦੂਰ ਹੋ ਜਾਂਦਾ। ਵਿਛੋੜੇ ਦਾ ਦੁੱਖ ਹੁੰਦਾ ਤਾਂ ਬਹੁਤ ਵੱਡਾ ਹੈ, ਪਰ ਬਾਣੀ ਦੇ ਨਾਲ ਜੇ ਜੁੜੀਏ ਤੇ ਫਿਰ ਇਹ ਜਿਹੜਾ ਦੁੱਖ ਹੈ ਨਾ ਵਿਛੋੜੇ ਦਾ, ਸੋ ਹੌਲੀ ਹੌਲੀ ਕਰਕੇ ਇਹ ਦੂਰ ਹੋ ਜਾਂਦਾ। ਨਾਲੇ ਲਿਵ ਅਕਾਲ ਪੁਰਖ ਦੇ ਚਰਨਾਂ ਵਿੱਚ ਲੱਗਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪੁੱਤਰ ਮੋਹ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਇਹਨਾਂ ਬਚਨਾਂ ਨੂੰ ਸਮਝ ਨਹੀਂ ਸਕੇ। ਜਾਤੇ ਇਮ ਹੀ ਰਹੋ ਹਰ ਖਾਏ। ਫਿਰ ਮਹਾਰਾਜ ਨੇ ਕਿਹਾ, ਕਹਿੰਦੇ ਇਦਾਂ ਹੀ ਰਹੋ, ਤੁਸੀਂ ਨਾ ਇਹ ਪੁੱਤਰ ਦਾ ਮੋਹ ਕਰੋ, ਇਹ ਅਜੀਤ ਸਿੰਘ ਨਹੀਂ ਹੋ ਸਕਦਾ ਹੈ। ਪਠੋ ਗ੍ਰੰਥ ਸਾਹਿਬ ਸੁਖ ਪਾਏ। ਬਾਣੀ ਦੇ ਨਾਲ ਚਿਤ ਲਾਵੋ, ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਨੂੰ ਆਪਣਾ ਬਣਾਵੋ, ਬਾਣੀ ਨੇ ਹੀ ਸਹਾਇਤਾ ਕਰਨੀ ਹੈ। ਬਾਣੀ ਸਮਰੱਥ ਹੈ, ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਬਾਣੀ ਉੱਥੇ ਸਹਾਇਤਾ ਕਰਦੀ ਹੈ ਜਿੱਥੇ ਕਿਸੇ ਦਾ ਹੱਥ ਨਹੀਂ ਪਹੁੰਚ ਸਕਦਾ, ਕਿਸੇ ਦੀ ਕੋਈ ਸਹਾਇਤਾ ਨਹੀਂ ਪਹੁੰਚ ਸਕਦੀ ਹੈ। ਮਹਾਰਾਜ ਕਹਿੰਦੇ ਬਾਣੀ ਪੜ੍ਹੋ, ਬਾਣੀ ਪੜ੍ਹੋ, ਬਾਣੀ ਦੇ ਨਾਲ ਚਿੱਤ ਲਾਉਣਾ ਕਰੋ, ਦੇਖੋ ਕਿੱਦਾਂ ਤੁਹਾਡੇ ਮਨ ਨੂੰ ਧੀਰਜ ਮਿਲਦਾ। ਪਠਤ ਸੁਨਤ ਮਹਿ ਦਿਵਸ ਬਿਤਾਵੋ। ਸੋ ਇੰਜ ਜਦੋਂ ਵੀ ਤੁਸੀਂ ਦੇਖੋ ਵੀ ਹੁਣ ਸਮਾਂ ਹੈਗਾ ਤੇ ਇਹ ਤਾਂ ਹੁਣ ਸੰਗਤਾਂ ਨੇ ਨਹੀਂ ਮਾਤਾ ਸੁੰਦਰ ਕੌਰ ਜੀ ਨੂੰ ਵੇਲ ਲੱਗਣ ਦੇਣਾ ਸੀਗਾ। ਸੋ ਇੰਨੀ ਦਿੱਲੀ ਦੀ ਇੱਥੇ ਸੰਗਤ ਸੀ ਤੇ ਫਿਰ ਵੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਹਾਨੂੰ ਸਮਾਂ ਮਿਲੇ ਬਾਣੀ ਪੜ੍ਹੋ ਤੇ ਸੁਣੋ। ਜਿਹੜੀ ਸੰਗਤ ਵੀ ਆਵੇ ਤੁਹਾਡੇ ਕੋਲ ਉਹਨਾਂ ਨੂੰ ਵੀ ਬਾਣੀ ਪੜ੍ਹਨ ਲਾਇਆ ਕਰੋ, ਉਹਨਾਂ ਤੋਂ ਬਾਣੀ ਸੁਣਿਆ ਕਰੋ, ਉਹਨਾਂ ਨੂੰ ਬਾਣੀ ਦਾ ਉਪਦੇਸ਼ ਦਿਓ ਤੇ ਉਹਨਾਂ ਦਾ ਵੀ ਭਲਾ ਹੋਵੇਗਾ ਨਾਲ ਲੱਗਦਾ। ਸਿਮਰਨ ਵਾਹਿਗੁਰੂ ਚਿਤ ਲਾਵੋ। ਤੇ ਵਾਹਿਗੁਰੂ ਗੁਰਮੰਤਰ ਮਹਾਰਾਜ ਨੇ ਇਹ ਬਖਸ਼ਿਸ਼ ਕੀਤਾ ਜਦੋਂ ਸੋ ਅੰਮ੍ਰਿਤ ਛਕਿਆ ਤੇ ਛਕਾਇਆ ਤੇ ਇਹ ਵਾਹਿਗੁਰੂ ਗੁਰਮੰਤਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਤੇ ਜ਼ਰੂਰ ਇਹਦਾ ਸਿਮਰਨ ਕਰਨਾ ਚਾਹੀਦਾ। ਤੇ ਮਹਾਰਾਜ ਕਹਿੰਦੇ ਵੀ ਜਦੋਂ ਵੀ ਸਮਾਂ ਬਣੇ ਗੁਰਮੰਤਰ ਦਾ ਜਾਪ ਨਹੀਂ ਛੱਡਣਾ।
ਇਹ ਹਰ ਰੋਜ਼ ਜਾਪ ਕਰਿਆ ਕਰੋ। ਸੁਨ ਸੁੰਦਰੀ ਮਨ ਅਨ ਮਨ ਭਈ। ਸੋ ਮਨ ਦਾ ਟਿਕਾ ਨਹੀਂ ਬਣਿਆ। ਮਾਤਾ ਸੁੰਦਰ ਕੌਰ ਜੀ ਨੂੰ ਸਤਿਗੁਰਾਂ ਨੇ ਉਪਦੇਸ਼ ਤਾਂ ਬ੍ਰਹਮ ਦਾ ਦਿੱਤਾ ਹੈ, ਮਨ ਦੇ ਟਿਕਾ ਦਾ ਦਿੱਤਾ, ਪਰ ਹੁਣ ਉਹ ਗੱਲ ਜਿਹੜੀ ਆ ਨਾ ਮੰਨੀ ਨਹੀਂ ਗਈ। ਸੋ ਮਨ ਨੂੰ ਲੱਗੀ ਨਹੀਂ ਵੀ 10 ਗੁਰੂ ਸਾਹਿਬ ਜੀ ਮੇਰੀ ਇੰਨੀ ਕੁ ਬੇਨਤੀ ਨਹੀਂ ਮੰਨਦੇ, ਹੋਰਨਾਂ ਦੀਆਂ ਕਿੰਨੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਸੋ ਹਰ ਇੱਕ ਤਰ੍ਹਾਂ ਦੇ ਦੁੱਖ ਦੂਰ ਕਰਦੇ ਨੇ। ਮੈਨੂੰ ਆ ਵਿਛੋੜੇ ਦਾ ਦੁੱਖ ਆ, ਪੁੱਤਰ ਵਿਜੋਗ ਦਾ। ਅਤੇ ਇਹ ਹੁਣ ਆ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਨੁਹਾਰ ਮਿਲਦੀ ਹੈ ਅਤੇ ਮੈਨੂੰ ਬੱਚਾ ਦੇ ਦੇਣ, ਅਤੇ ਦੱਸ ਮੇਰੀ ਇੰਨੀ ਕੋਈ ਗੱਲ ਵੀ ਨਹੀਂ ਮੰਨਦੇ ਪਏ। ਸਤਿਗੁਰਾਂ ਨੇ ਜੋ ਧੀਰਜ ਦੇ ਬਚਨ ਕੀਤੇ ਨੇ ਅਤੇ ਮਾਤਾ ਸੁੰਦਰ ਕੌਰ ਜੀ ਉਹਨਾਂ ਬਚਨਾਂ ਨੂੰ ਗ੍ਰਹਿਣ ਨਹੀਂ ਕਰ ਸਕੇ ਜੀ। ਪਤ ਤੇ ਇਹ ਨਾ ਕਾਮ ਨਾ ਲਈ। ਸੋ ਦੱਸ ਮੈਂ ਆਪਣੇ ਪਤੀ ਤੋਂ ਇੱਕ ਇੰਨੀ ਕੁ ਕਾਮਨਾ ਵੀ ਨਹੀਂ ਪੂਰੀ ਕਰਵਾ ਸਕਦੀ। ਮੇਰੇ ਪਤੀ ਸਤਿਗੁਰੂ ਜੀ ਪਰਮੇਸ਼ਰ ਰੂਪ ਨੇ, ਮੇਰੀ ਇੰਨੀ ਕੁ ਛੋਟੀ ਜਿਹੀ ਮੰਗ ਵੀ ਪੂਰੀ ਨਹੀਂ ਕਰ ਰਹੇ ਹਨ। ਬੜੋ ਹੋਏ ਕਿਆ ਕਰਹਿ ਬਖੇਰਾ। ਇਹਨੇ ਵੱਡਾ ਹੋ ਕੀ ਵਿਖੇਰਾ ਕਰਨਾ। ਆਮ ਤੌਰ 'ਤੇ ਕਿਹਾ ਜਾਂਦਾ ਨਾ, ਜਿੱਦਾਂ ਦੀ ਬੱਚੇ ਦੀ ਪਰਵਰਿਸ਼ ਹੋਵੇ ਅਤੇ ਜਿੱਦਾਂ ਦੇ ਸੰਸਕਾਰ ਬੱਚੇ ਨੂੰ ਦਿੱਤੇ ਜਾਣ ਅਤੇ ਬੱਚਾ ਉੱਦਾਂ ਦਾ ਹੋ ਜਾਂਦਾ। ਅਸੀਂ ਇਹੋ ਜਿਹਾ ਸੰਸਕਾਰ ਹੀ ਇਸ ਨੂੰ ਨਹੀਂ ਦੇਣੇ ਹਨ। ਅਬ ਚਿਤ ਪਰਖਾ ਪਿਖੈ ਨਾ ਮੇਰਾ। ਅਤੇ ਉਹ ਕਾਹਦੇ ਨੇ ਵੱਡਾ ਹੋਣਾ, ਅਤੇ ਦੁਖੀ ਤਾਂ ਮੈਂ ਹੋਣੇ ਆ। ਮੈਂ ਦੱਸ ਸਤਿਗੁਰੂ ਜੀ ਮੇਰਾ ਹੁਣ ਦੁੱਖ ਨਹੀਂ ਦੇਖਦੇ ਪਏ, ਅਤੇ ਮੈਂ ਵਿਛੋੜੇ ਦੇ ਦੁੱਖ ਦੇ ਨਾਲ ਦੇਖੋ ਕਿੰਨਾ ਪੀੜਤ ਹਾਂ, ਕਿੰਨੀ ਆਤਰ ਹਾਂ, ਅਤੇ ਗੁਰੂ ਸਾਹਿਬ ਜੀ ਮੇਰਾ ਇਹ ਦੁੱਖ ਨਹੀਂ ਦੇਖ ਰਹੇ ਹਨ। ਰਹੋ ਇਕਾਂਕੀ ਸਦਾ ਉਦਾਸ। ਅਤੇ ਜੇ ਮੈਂ ਇਕੱਲੀ ਰਹਾਂਗੀ ਤਾਂ ਉਦਾਸ ਹੀ ਰਹਿਣਾ, ਅਤੇ ਜੇ ਗੁਰੂ ਸਾਹਿਬ ਜੀ ਮੈਨੂੰ ਪੁੱਤਰ ਇਹ ਦੇ ਦੇਣ ਅਤੇ ਫਿਰ ਮੈਂ ਪਰਚ ਜਾਵਾਂਗੀ। ਅਤੇ ਗੁਰੂ ਸਾਹਿਬ ਜੀ ਤਾਂ ਫਿਰ ਇੱਦਾਂ ਮੋਹ ਤੋਂ ਕੱਢਦੇ ਨੇ। ਉਹ ਤਾਂ ਜਿਹੜੇ ਮਾਤਾ ਪਿਤਾ ਦੇ ਸੰਜੋਗ ਤੋਂ ਵੀ ਧੀਆਂ ਪੁੱਤਰ ਪੈਦਾ ਹੁੰਦੇ ਨੇ, ਉਹਨਾਂ ਦੀ ਬਾਬਤ ਵੀ ਮਹਾਰਾਜ ਦੇ ਬਚਨ ਨੇ, ਕਹਿੰਦੇ ਪੂਰਵ ਜਨਮ ਕੇ ਵੇਲੇ ਸੰਜੋਗੀ। ਜਿਨ੍ਹਾਂ ਨੂੰ ਕਹੀ ਜਾਂਦਾ ਮੇਰਾ ਮੇਰਾ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ, ਕੋ ਨਾ ਜਾਣੈ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾੜ ਤਰ ਪੇਖਤ ਹੀ ਜਮਰਾਉ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਸੋ ਇਹ ਹੁਣ ਮਹਾਰਾਜ ਨੇ ਤਾਂ ਮੋਹ 'ਚੋਂ ਕੱਢਣਾ, ਅਤੇ ਉਹ ਮੋਹ 'ਚ ਕਿੱਦਾਂ ਫਸਣ ਦੀ ਇਜਾਜ਼ਤ ਸਤਿਗੁਰੂ ਜੀ ਦੇ ਦੇਣ। ਅਤੇ ਪਰ ਮਾਤਾ ਸੁੰਦਰ ਕੌਰ ਜੀ ਉਸ ਵਕਤ ਹਠ ਕਰ ਰਹੇ ਸਨ। ਨਹਿ ਨੰਦਨ ਨਹਿ ਪਤ ਹੈ ਪਾਸ। ਵੀ ਮੈਂ ਕਿਵੇਂ ਸਮਾਂ ਬਤੀਤ ਕਰਾਂਗੀ, ਨਾ ਤਾਂ ਪਤੀ ਨੇ ਮੇਰੇ ਕੋਲ ਹੋਣਾ ਅਤੇ ਨਾ ਪੁੱਤਰ ਮੇਰਾ ਕੋਲ। ਮੇਰਾ ਪੁੱਤਰ ਪਹਿਲੋਂ ਸ਼ਹੀਦ ਹੋ ਚੁੱਕਾ ਹੈ, ਅਤੇ ਕਿੱਦਾਂ ਮੈਂ ਸਮਾਂ ਬਤੀਤ ਕਰਾਂਗੀ। ਕੇਤਕ ਚਿਰ ਮੈਂ ਬਾਹੁਰ ਬਖਾਨੀ। ਜਿੱਦਾਂ ਨਾ ਗੁਰੂ ਸਾਹਿਬ ਜੀ ਨੇ ਜੋ ਵਚਨ ਆਖਿਆ ਸੀ ਅਤੇ ਮਾਤਾ ਸੁੰਦਰ ਕੌਰ ਜੀ ਕੋਲੋਂ ਵਚਨ ਮੰਨਿਆ ਨਹੀਂ ਗਿਆ। ਇਸ ਕਰਕੇ ਫਿਰ ਉਹੀ ਗੱਲ, ਜੇ ਤਾਂ ਬਚਨ ਮੰਨ ਲਿਆ ਜਾਂਦਾ ਫਿਰ ਤਾਂ ਦੁਬਾਰਾ ਕਹਿਣ ਦੀ ਲੋੜ ਹੀ ਨਹੀਂ, 7 ਬਚਨ 'ਚ ਹੀ ਕਹਿ ਦੇਣਾ ਸੀ। ਜਾਂ ਇੱਦਾਂ ਕਹਿੰਦੇ ਵੀ ਮਹਾਰਾਜ ਜੀ ਵੀ ਇਹ ਗੱਲ ਮੈਨੂੰ ਧੀਰਜ ਦਿਓ, ਮੇਰਾ ਮਨ ਵਿਛੋੜੇ ਵਿੱਚ ਨਾ ਤਪੇ, ਮੋਹ ਦੇ ਵਿੱਚੋਂ ਬਾਹਰ ਹੀ ਕੱਢ ਲਓ। ਸਭ ਕੁਝ ਤਾਂ ਤੁਹਾਡੇ ਹੱਥ ਵਿੱਚ ਹੈ, ਸਭ ਕੁਝ ਤੁਮਰੇ ਹੱਥ ਮੈਂ, ਸਾਰਾ ਕੁਛ ਹੀ ਹੱਥ ਵਿੱਚ ਆ ਗੁਰੂ ਦੇ। ਪਰ ਇਹ ਮੰਗ ਨਹੀਂ ਮੰਗ ਹੋਈ। ਫਿਰ ਉਹੀ ਗੱਲ ਫੇਰ ਕਰ ਦਿੱਤੀ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਦੁਖ ਆਤੁਰ ਕੀ ਬਿਨੈ ਨਾ ਮਾਨੀ। ਵੀ ਦੇਖੋ ਜੀ ਤੁਸੀਂ ਮੇਰੀ ਬੇਨਤੀ ਨਹੀਂ ਮੰਨਦੇ ਪਏ, ਅਤੇ ਮੈਂ ਕਿੰਨੀ ਕੁ ਦੁਖੀ ਹੈ, ਕਿੰਨੀ ਪਰੇਸ਼ਾਨ ਹੈ ਪੁੱਤਰ ਦੇ ਵਿਯੋਗ ਦੇ ਵਿੱਚ, ਅਤੇ ਤੁਸੀਂ ਦੇਖੋ ਤਾਂ ਅਸੀਂ ਮੇਰੀ ਦਸ਼ਾ ਕੀ ਹੋਈ ਪਈ ਹੈ। ਰਾਵਰ ਬਿਨਾ ਇਕਾਂਕੀ ਥੀ ਵੋ। ਸੋ ਤੁਹਾਡੇ ਤੋਂ ਬਿਨਾਂ ਮੈਂ ਇਕੱਲੀ ਹੋ ਜਾਣਾ, ਇਹ ਵੀ ਤਾਂ ਵਿਚਾਰੋ, ਮੇਰੇ ਕੋਲ ਕੌਣ ਹੋਵੇਗਾ। ਪਰਮ ਕਸ਼ਟ ਮਹਿ ਕਿਸ ਵਿਦ ਜੀਵੋ। ਤੇ ਪਰਮ ਕਸ਼ਟ, ਨਾ ਪਤੀ ਨਾ ਪੁੱਤਰ, ਪਰਮ ਕਸ਼ਟ, ਵੱਡਾ ਕਸ਼ਟ ਵਿਛੋੜੇ ਦਾ, ਤੇ ਕਿਵੇਂ ਮੈਂ ਆਪਣੇ ਜੀਵਨ ਦਾ ਨਿਰਵਾਹ ਕਰ ਸਕਾਂਗੀ। ਕਿਉ ਨਾ ਵਿਚਾਰਤ ਹੋ ਮਮ ਹਾਲ। ਤੇ ਤੁਸੀਂ ਮੇਰਾ ਇਹ ਹਾਲ ਕਿਉਂ ਨਹੀਂ ਵਿਚਾਰ ਰਹੇ ਹੋ। ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ। ਸੋ ਉਹ ਜਦੋਂ ਸਤਿਗੁਰੂ ਜੀ ਹਾਲ ਕਹਿੰਦੇ ਨੇ ਨਾ ਅਕਾਲ ਪੁਰਖ ਨੂੰ, ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮਹਾਰਾਜ ਵੀ ਆਪਣਾ ਹਾਲ ਵੀ ਦੱਸਦੇ ਨੇ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਟ ਕੀੜਿਆਂ ਦਾ ਰਹਿਣ। ਤੇ ਤੂੰ ਚਾਹੀਦਾ ਨਾ, ਹੋਰ ਕੁਛ ਨਹੀਂ ਚਾਹੀਦਾ, ਸੰਸਾਰਕ ਸੁੱਖ ਨਹੀਂ ਚਾਹੀਦੇ ਹਨ।
ਤੇ ਹੁਣ ਮਾਤਾ ਸੁੰਦਰ ਕੌਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਲਟਾ ਮਹਾਰਾਜ ਨੂੰ ਕਹਿਣ ਲੱਗ ਪਿਆ ਵੀ ਤੁਸੀਂ ਮੇਰਾ ਹਾਲ ਕਿਉਂ ਨਹੀਂ ਜਾਣਦੇ ਤੇ ਕਿਉਂ ਨਹੀਂ ਤੁਸੀਂ ਮੇਰੀ ਇਹ ਬੇਨਤੀ ਕਬੂਲ ਕਰਦੇ। ਸੋ ਇਹ ਜ਼ਬਰਦਸਤੀ ਬੇਨਤੀ ਕਬੂਲ ਕਰਵਾਉਣ ਵਾਲੀ ਗੱਲ ਹੋ ਜਾਂਦੀ ਹੈ। ਅਸੀਂ ਤਾਂ ਸਿੱਖ ਕੇ ਹਟ ਕਰ ਜਾਂਦੇ ਆ। ਬਹੁਤ ਸਿੱਖ ਨੇ, ਇਕੱਲਾ ਮਾਤਾ ਸੁੰਦਰ ਕੌਰ ਜੀ ਦੀ ਗੱਲ ਨਹੀਂ, ਆਪਾਂ ਬੜੇ ਨੇ, ਆਪਾਂ ਇਸ ਕੈਟਾਗਰੀ 'ਚ ਬਹੁਤ ਆਉਂਦੇ ਹਾਂ। ਹੁਕਮ ਨੂੰ ਮੰਨ ਲੈਣਾ, ਭਾਣੇ ਵਿੱਚ ਵਿਚਰਨਾ, ਇਹ ਕੈਟਾਗਰੀ 'ਚ ਬਹੁਤ ਘੱਟ ਸਿੱਖ ਨੇ। ਭਾਣੇ ਵਿੱਚ ਕੋ ਵਿਰਲਾ ਆਵੇ। ਤੇ ਇਹ ਤੋਂ ਵਸਤ ਗੋਪਾਲ ਕੀ, ਧੀਆਂ ਪੁੱਤਰਾਂ ਨੂੰ, ਸੰਸਾਰਕ ਦਾਤਾਂ ਨੂੰ ਕੋਈ ਸਮਝਦਾ ਰੱਬ ਦੀਆਂ ਦਾਤਾਂ ਨੇ। ਤੇ ਨਹੀਂ ਤਾਂ ਸਾਰੇ ਹੀ ਕਹਿੰਦੇ ਨੇ ਹਾਂ ਵੀ ਮੇਰਾ ਪਰਿਵਾਰ ਆ, ਮੇਰਾ ਘਰ-ਬਾਰ, ਜਾਇਦਾਦ, ਧਨ ਦੌਲਤ, ਇੱਥੇ ਸਾਰੇ ਫਸੇ ਪਏ ਆ। ਆਪਾਂ ਜਦੋਂ ਵਿਛੋੜਾ ਹੁੰਦਾ ਉੱਥੇ ਬਹੁਤ ਦੁਖੀ ਹੁੰਦੇ, ਉਦੋਂ ਬੜੀ ਪਰੇਸ਼ਾਨੀ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਹਠ ਹੈ ਵੀ ਤੁਸੀਂ ਮੈਨੂੰ ਆਗਿਆ ਦੇ ਦਿਓ, ਇਹ ਬੱਚਾ ਮੈਨੂੰ ਦੇ ਦਿਓ, ਮੈਂ ਪਰਚ ਜਾਵਾਂਗੀ। ਬਿਰਦ ਆਪ ਕੋ ਸਦਾ ਕਿਰਪਾਲ। ਨਾਲੇ ਤੁਹਾਡਾ ਤਾਂ ਬਿਰਦ ਹੈ, ਇਹ ਤਾਂ ਗੁਰੂ ਸਾਹਿਬ ਜੀ ਨੂੰ ਵੀ ਪਤਾ ਹੀ ਹੈ ਨਾ ਵੀ ਸਾਡਾ ਬਿਰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਹੈ। ਕਿਰਪਾਲੂ, ਦਿਆਲੂ, ਕਿਰਪਾ ਕਰਨੀ, ਮਿਹਰ ਕਰਨੀ, ਇਹ ਗੁਰੂ ਦਾ ਬਿਰਦ ਹੈ। ਕਹਿੰਦੀ ਇਹ ਤੁਹਾਡਾ ਬਿਰਦ ਹੈ, ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨਾ। ਜਿਹੜਾ ਸ਼ਰਨ ਵਿੱਚ ਪੈ ਜਾਂਦਾ ਉਸ ਦੀ ਲਾਜ ਰੱਖਣੀ। ਸੁਨ ਕਰ ਸਤਿਗੁਰ ਹਿਰਦੈ ਵਿਚਾਰਾ। ਸਤਿਗੁਰਾਂ ਨੇ ਸਾਰੀ ਗੱਲ ਸੁਣੀ ਆਪਣੇ ਮਹਿਲਾਂ ਕੋਲੋਂ ਤੇ ਵਿਚਾਰ ਕੀਤੀ ਹੈ। ਇਹ ਦੁਖ ਆਤੁਰ ਹੈ ਉਦਾਰਾ। ਇਹ ਬਹੁਤ ਜ਼ਿਆਦੇ ਪੁੱਤਰ ਦੇ ਮੋਹ ਦੇ ਵਿੱਚ ਸੋ ਜ਼ਿਆਦੇ ਫਸ ਗਈ ਹੈ, ਬੜੀ ਦੁਖੀ ਮਾਲੂਮ ਹੋ ਰਹੀ ਹੈ ਇਸ ਵੇਲਾ। ਸਮਝਾਈ ਸਮਝੇ ਨਾ ਅਜਾਨੀ। ਦੱਸ ਕਿੰਨਾ ਇਹ ਅਣਜਾਣ ਬਣੀ ਹੋਈ, ਬੇਸਮਝ ਬਣੀ ਹੋਈ। ਸਮਝਾਉਣ ਦੀ ਕੋਸ਼ਿਸ਼ ਕੀਤੀ, ਸਮਝਦੀ ਹੀ ਨਹੀਂ ਹੈ। ਬਾਰਕ ਪਾਰਕ ਜੈਸ ਮਹਾਨੀ। ਸੋ ਬਸ ਪਾਰਕ ਤਾਂ ਪਾਰਕ ਹੈ, ਬਸ ਪਾਰਕ ਬੱਚੇ ਨੂੰ ਗੋਦ ਲੈਣ ਵਾਸਤੇ ਉਹਦੇ ਸੋ ਪਿੱਛੇ ਪੈ ਗਈ ਹੈ, ਜਿੱਦ ਪੈ ਗਈ ਹੈ। ਕਹੇ ਉਹ ਤਵੈ ਲੈ ਪਾਰ ਹੋ ਆਪ। ਤੇ ਮਹਾਰਾਜ ਨੇ ਫਿਰ ਬਚਨ ਕਰ ਦਿੱਤਾ ਵੇ, ਚੱਲ ਫਿਰ ਜਦੋਂ ਇਹ ਦੁੱਖ ਦੇਵੇਗਾ ਫਿਰ ਤਾਂ ਛੱਡੇਗੀ ਨਾ, ਫਿਰ ਤਾਂ ਮੋਹ ਦੂਰ ਹੋਵੇਗਾ। ਅਸੀਂ ਤਾਂ ਹੁਣੇ ਮੋਹ ਦੂਰ ਕਰਦੇ ਸੀ ਤੇ ਹੁਣ ਜਿੰਨਾ ਚਿਰ ਇਹਨੂੰ ਪਾਲਣ ਤੇ ਲਾਵੇਂਗੇ, ਨਾਲ ਉਹਨਾਂ ਕੋਲੋਂ ਬੱਚਾ ਲੈ ਲਿਆ। ਉਹ ਵੀ ਸਤਿਗੁਰਾਂ ਨੇ ਉਹਨਾਂ ਨੂੰ ਬੱਚਾ ਦਿੱਤਾ ਸੀ ਤੇ ਉਹਨਾਂ ਤੋਂ ਲੈ ਕੇ ਫਿਰ ਮਾਤਾ ਸੁੰਦਰ ਕੌਰ ਜੀ ਦੇ ਹੱਠ ਕਰਕੇ ਮਹਾਰਾਜ ਨੇ ਆਗਿਆ ਦੇ ਦਿੱਤੀ ਕਿ ਚੱਲ ਫਿਰ ਕਹਿੰਦੇ ਤੂੰ ਇਹਨੂੰ ਪਾਲ ਲਾ, ਜੇ ਨਹੀਂ ਤੂੰ ਮੰਨਦੀ ਤਾਂ। ਲੱਖ ਹੈ ਬੜੇ ਦੇਹ ਸੰਤਾਪ। ਪਰ ਜਦੋਂ ਇਸਨੇ ਵੱਡਾ ਹੋਣਾ ਹੈ ਨਾ, ਮਹਾਰਾਜ ਫੇਰ ਬਚਨ ਕਰ ਦਿੱਤਾ, ਕਹਿੰਦੇ ਦੁੱਖ ਦੇਵੇਗਾ, ਇਹ ਸੰਤਾਪ ਦੇਵੇਗਾ। ਸੰਤਾਪ ਤੋਂ ਅਰਥ ਹੁੰਦਾ ਵੱਡਾ ਦੁੱਖ, ਬਹੁਤ ਜ਼ਿਆਦਾ ਦੁੱਖ ਦੇਵੇਗਾ ਜਿਹਦਾ ਤੇਰੇ ਕੋਲ ਕੋਈ ਇਲਾਜ ਨਹੀਂ ਹੋਵੇਗਾ। ਸੁਤ ਅਜੀਤ ਸਿੰਘ ਕੀ ਅਨੁਹਾਰੀ। ਤੇ ਬੜੀ ਖੁਸ਼ ਹੋਈ ਮਾਤਾ ਸੁੰਦਰ ਕੌਰ ਤੇ ਉਹ ਬੱਚੇ ਦੀ ਜਿਹੜੀ ਨੁਹਾਰ ਸੀ ਪੂਰੀ ਤਰ੍ਹਾਂ ਨੈਣ ਨਕਸ਼ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਮਿਲਦੇ ਸਨ। ਨਿਕਟ ਬਿਠਾਇਓ ਪਿਖ ਸੁਖ ਭਾਰੀ। ਤੇ ਜਦੋਂ ਫਿਰ ਆਗਿਆ ਹੋ ਗਈ ਫਿਰ ਉਹਨੂੰ ਕੋਲ ਬਿਠਾ ਲਿਆ, ਬੜਾ ਆਨੰਦ, ਬੜਾ ਸੁੱਖ। ਹਾਂਜੀ, ਕੋਲ ਨਾਲ ਦੇਖ ਰਹੀ ਆ ਮਾਤਾ ਤੇ ਕੋਲ ਬਿਠਾਉਣ ਹੋ ਗਿਆ ਵੀ ਚੱਲ ਹੁਣ ਮੈਂ ਇਹਦੀ ਪਰਵਰਿਸ਼ ਕਰਾਂਗੀ। ਤੇ ਮਨ ਨੂੰ ਬੜਾ ਸਕੂਨ ਮਿਲਿਆ ਉਸ ਵੇਲੇ ਮਾਤਾ ਜੀ ਦੇ। ਪਤ ਕੀ ਆਇਸ ਲੈ ਹਿਤ ਪਾਰਨ। ਸੋ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਪਾਲਣਾ ਸ਼ੁਰੂ ਕਰ ਦਿੱਤਾ। ਆਗਿਆ ਦਿੱਤੀ ਨਹੀਂ ਸੀ, ਆਗਿਆ ਜ਼ਬਰਦਸਤੀ ਲਈ ਹੈ। ਵਾਰ-ਵਾਰ ਜਿੱਦ ਕਰਕੇ ਹੱਠ ਕਰਕੇ ਮਹਾਰਾਜ ਤਾਂ ਕਹੀ ਜਾਂਦੇ ਸਨ, ਜਦੋਂ ਪਾਲਣ ਦੀ ਆਗਿਆ ਵੀ ਦਿੱਤੀ ਫੇਰ ਵੀ ਦੱਸ ਦਿੱਤਾ, ਕਹਿੰਦੇ ਜਦੋਂ ਇਹਨੇ ਵੱਡਾ ਹੋਣਾ ਨਾ ਇਹਨੇ ਤੈਨੂੰ ਦੁੱਖ ਦੇਣਾ। ਸੁਤ ਹੀ ਕੋ ਕੈ ਨਾਮ ਉਚਾਰਨ। ਤੇ ਆਪਣੇ ਪੁੱਤਰ ਦਾ ਨਾਮ ਹੀ ਰੱਖ ਦਿੱਤਾ ਬਾਬਾ ਅਜੀਤ ਸਿੰਘ ਜੀ। ਸੋ ਉਹਨਾਂ ਵਰਗਾ ਕੌਣ ਹੋ ਸਕਦਾ। ਪਰ ਮਾਤਾ ਸੁੰਦਰ ਕੌਰ ਜੀ ਦੇਖੋ, ਗੁਰੂ ਕੇ ਮਹਿਲ ਮਾਇਆ ਕੇਵਲ ਕਿੰਨਾ ਪਰਦਾ ਪਾ ਦਿੰਦੀ ਹੈ। ਇਸ ਗੱਲ ਨੂੰ ਵਿਚਾਰ ਹੀ ਨਹੀਂ ਸਕੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਵਰਗਾ ਕਿਨੇ ਹੋ ਜਾਣਾ। ਪਾਲਕ ਭਾ ਅਜੀਤ ਸਿੰਘ ਸੋਏ। ਉਹਦਾ ਹੁਣ ਪਾਲਕ ਪੁੱਤਰ ਦਾ ਨਾਂ ਰੱਖ ਦਿੱਤਾ ਪਾਲਕ ਅਜੀਤ ਸਿੰਘ, ਨਾਲ ਮੁੱਲ ਨਾ ਪਾਲਕ ਲਾ ਦਿੱਤਾ। ਹੋ ਸਕਦਾ ਅਜੀਤ ਸਿੰਘ ਹੀ ਰੱਖਿਆ ਹੋਵੇ ਤਾਂ ਫਿਰ ਇਤਰਾਜ਼ ਕੀਤਾ ਹੋਵੇ ਉੱਥੇ। ਸੋ ਕੁਝ ਸੰਗਤ ਨੇ ਵੀ ਨਹੀਂ ਵੀ ਅਜੀਤ ਸਿੰਘ ਥੋੜ੍ਹੀ ਹੋ ਸਕਦੀ, ਮੁੜੇ ਰੱਖਦੇ ਨਾ ਪਾਲਕ ਅਜੀਤ ਸਿੰਘ। ਸੋ ਇੰਝ ਨਾਂ ਰੱਖ ਲਿਆ।
ਸਿੱਖ ਤੇ ਲਿਓ ਹਰਖ ਮਹਿ ਹੋਏ। ਤੇ ਸਿੱਖ ਤੋਂ ਬੱਚਾ ਲੈ ਲਿਆ, ਬੜੀ ਖੁਸ਼ੀ ਹੋਈ ਮਾਤਾ ਸੁੰਦਰ ਕੌਰ ਜੀ ਨੂੰ। ਪੁਨ ਸਾਹਿਬ ਦੇਵੀ ਕੇ ਸਾਥ, ਹੁਣ ਖਾਲਸੇ ਦੀ ਮਾਤਾ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਵੱਲ ਸਤਿਗੁਰਾਂ ਨੇ ਵੇਖਿਆ ਪੁਰ ਰਾਖਨ ਹਿਤ ਬੋਲੇ ਨਾਥ। ਤੇ ਚਾਹੁੰਦੇ ਹਨ ਸਤਿਗੁਰੂ ਜੀ ਮਹਾਰਾਜ ਕਿ ਸਾਹਿਬ ਕੌਰ ਨੂੰ ਵੀ ਦਿੱਲੀ ਦੇ ਵਿੱਚ ਹੀ ਅਟਕਾ ਦਈਏ। ਨਿਕਟ ਸੌਤ ਕੇ ਰਹੋ ਥਿਰ ਹੋਇ ਤੇ ਕੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਕੌਰ ਨੂੰ ਆਪਣੇ ਮਹਿਲਾਂ ਨੂੰ ਕਿਹਾ ਵੀ ਤੁਸੀਂ ਵੀ ਫੇਰ ਦਿੱਲੀ 'ਚ ਹੀ ਅਟਕ ਜਾਓ ਸੁੰਦਰ ਕੌਰ ਜੀ ਦੇ ਕੋਲ ਹੀ। ਕਿਆ ਲੈ ਹੈ ਦਖਣ ਦਿਸ ਜੈ ਕੈ। ਤੁਸੀਂ ਦੱਖਣ ਵਾਲੇ ਪਾਸੇ ਸਾਡੇ ਨਾਲ ਜਾ ਕੇ ਤੁਸਾਂ ਨੇ ਕੀ ਲੈਣਾ ਹੈ। ਸਕਲ ਬਿਦਨ ਤੇ ਬਸੈ ਸੁਖਾਰੀ। ਇੱਥੇ ਦਿੱਲੀ ਵਿੱਚ ਰਹੋਗੇ ਤੁਹਾਨੂੰ ਹਰ ਇੱਕ ਪ੍ਰਕਾਰ ਦਾ ਇੱਥੇ ਸੁੱਖ ਪ੍ਰਾਪਤ ਹੋਵੇਗਾ। ਪੂਜਹਿ ਪਹੁੰਚ ਸੰਗਤਾਂ ਸਾਰੀ। ਤੁਸੀਂ ਖਾਲਸੇ ਦੀ ਮਾਤਾ ਹੋ, ਸਾਰੀਆਂ ਸੰਗਤਾਂ ਤੁਹਾਡੀ ਪੁੱਜ ਕੇ ਪੂਜਾ ਕਰਨਗੀਆਂ। ਦਿਨ ਪ੍ਰਤ ਗਮਨ ਨਰਕ ਸਮ ਕਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਫ਼ਰ ਹੁੰਦਾ ਨਾ, ਸਫ਼ਰ ਰੋਜ਼ ਚੱਲਣਾ ਸਫ਼ਰ ਬੜਾ ਦੁੱਖ ਦਿੰਦਾ। ਮਹਾਰਾਜ ਪਾਤਸ਼ਾਹ ਕਹਿੰਦੇ ਤੇ ਚਲੋ ਇੱਕ ਦਿਨ ਦਾ ਜਾਂ 2 ਦਿਨ ਦਾ ਸਫ਼ਰ ਤਾਂ ਮੰਨਿਆ, ਤੇ ਹੁਣ ਰੋਜ਼ ਚੱਲਣਾ, ਭਾਵੇਂ ਰਾਤ ਨੂੰ ਆਰਾਮ ਕਰੇ ਹੀ ਲੈਣਾ, ਪਰ ਇਹ ਸਫ਼ਰ ਬੜਾ ਦੁੱਖ ਦਿੰਦਾ ਹੁੰਦਾ ਹੈ। ਤ੍ਰਿਆ ਜਾਤ ਕੋ ਬਹੁਤ ਦੁਖ ਹੈ। ਫਿਰ ਖਾਸ ਤੌਰ ਤੇ ਔਰਤ ਵਾਸਤੇ ਤਾਂ ਸਫ਼ਰ ਕਰਨਾ ਰੋਜ਼ ਦਾ ਬੜਾ ਔਖਾ ਹੋ ਜਾਂਦਾ ਹੈ। ਸੁਨ ਸਾਹਿਬ ਦੇਵੀ ਕਰ ਜੋਰੇ। ਤੇ ਮਾਤਾ ਸਾਹਿਬ ਕੌਰ ਜੀ ਨੇ ਹੱਥ ਜੋੜੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਅੱਗੇ। ਗਾਡੋ ਨੇਮ ਹੈ ਇਹ ਮੋਰੇ। ਉਹ ਕਹਿਣ ਲੱਗੇ ਜੀ ਠੀਕ ਹੈ, ਪਰ ਮੇਰਾ ਇੱਕ ਨੇਮ ਹੈ, ਨਿਯਮ ਹੈ, ਮੇਰੇ ਨੇਮ ਦਾ ਕੀ ਬਣੇਗਾ। ਪੂਰਬ ਦਰਸ਼ਨ ਕਰੋ ਤੁਹਾਰਾ। ਮੈਂ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ, ਰਾਤ ਨੂੰ ਜਦੋਂ ਸੁੱਤੀ ਉੱਠਦੀ ਨਾ, ਇਸ਼ਨਾਨ ਕਰਕੇ ਸੁੱਚੇ ਮੂੰਹ ਸਭ ਤੋਂ ਪਹਿਲਾਂ ਆਪ ਜੀ ਦੇ ਦਰਸ਼ਨ ਕਰਦੀ ਆਂ। ਪਦ ਬੰਧਨ ਤੇ ਅਚੋ ਆਹਾਰਾ। ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਤੋਂ ਬਾਅਦ ਹੀ ਮੈਂ ਸੋ ਕੁਝ ਛਕਦੀ ਆਂ, ਫੇਰ ਮੈਂ ਭੋਜਨ ਕਰਦੀ ਆਂ। ਇਹ ਮੇਰਾ ਨੇਮ ਹੈ। ਇਤਨੇ ਹੀ ਮਾਨੇ ਸੁਖ ਸਾਰੇ। ਤੇ ਬਸ ਇਹਦੇ ਵਿੱਚ ਹੀ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੁਹਾਡੇ ਦਰਸ਼ਨ ਤੇ ਰੋਜ਼ ਦੇ ਚਾਹੀਦੇ ਮੈਨੂੰ, ਤੇ ਰੋਜ਼ ਦਰਸ਼ਨ ਕਰਨ ਤੋਂ ਬਾਅਦ ਵੀ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ। ਮੈਂ ਇਹਦੇ ਵਿੱਚ ਹੀ ਸਾਰੇ ਸੁੱਖ ਮੰਨਦੀ ਹਾਂ। ਪਰਮ ਆਨੰਦ ਮਹਿ ਸੰਗ ਤੁਮਾਰੇ। ਤੇ ਤੁਹਾਡੇ ਨਾਲ ਰਹਿਣ ਦੇ ਨਾਲ ਆਨੰਦ ਬੜਾ, ਕਹਿੰਦੇ ਪਰਮ ਆਨੰਦ ਪ੍ਰਾਪਤ ਹੁੰਦਾ ਹੈ ਆਪ ਜੀ ਦੀ ਸੰਗਤ ਕਰਨ ਦੇ ਨਾਲ। ਗਮਨ ਬਿਖੈ ਨਹਿ ਸੰਕਟ ਕੋਈ। ਮੈਨੂੰ ਸਫ਼ਰ ਦਾ ਕੋਈ ਦੁੱਖ ਨਹੀਂ ਹੈ, ਭਾਵੇਂ ਦਿਨ ਵੀ ਸਫ਼ਰ ਕਰੋ, ਭਾਵੇਂ ਰਾਤ ਵੀ ਸਫ਼ਰ ਕਰੋ, ਮੈਨੂੰ ਕੋਈ ਸੰਕਟ ਨਹੀਂ। ਸੰਕਟ ਕਦੋਂ ਹੋਣਾ? ਜਦੋਂ ਤੁਹਾਡੇ ਤੋਂ ਵਿਛੋੜਾ ਹੋਣਾ, ਉਹ ਸੰਕਟ ਹੈ, ਇਹ ਸੰਕਟ ਨਹੀਂ ਹੈ। ਸੰਗ ਆਪ ਕੇ ਸਭ ਸੁਖ ਹੋਈ। ਸੋ ਆਪ ਜੀ ਦੇ ਨਾਲ ਰਹਿ ਕੇ ਸਾਰੇ ਸੁੱਖ ਹਨ। ਆਪ ਜੀ ਦਾ ਜਿਹੜਾ ਵਿਛੋੜਾ, ਉਹਦੇ ਵਿੱਚ ਸਾਰੇ ਦੁੱਖ ਹੀ ਦੁੱਖ ਨੇ। ਪੁਜਵਾਵਨ ਸੰਗਤ ਕੇ ਪਾਸ। ਤੇ ਇੱਥੇ ਸੰਗਤਾਂ ਪਾਸੋਂ ਪੂਜਾ ਕਰਵਾਉਣੀ। ਬ੍ਰਹਿ ਤੁਮ ਤੇ ਇਹ ਧਰੋ ਨ ਆਸ। ਵੀ ਮੈਂ ਨਹੀਂ ਇਹ ਆਸ ਰੱਖਦੀ ਤੁਹਾਡੇ ਤੋਂ ਵਿਛੋੜਾ ਪ੍ਰਾਪਤ ਕਰਕੇ, ਤੁਹਾਡੇ ਤੋਂ ਵਿਛੜ ਕੇ ਮੈਂ ਆਪਣੀ ਪੂਜਾ ਕਰਾਵਾਂ, ਮੈਨੂੰ ਇਦਾਂ ਦੀ ਕੋਈ ਚਾਹਤ ਨਹੀਂ ਹੈ। ਮਨ ਕੀ ਗਤ ਸਭ ਜਾਣਨ ਹਾਰੇ। ਸਤਿਗੁਰੂ ਜੀ ਮਹਾਰਾਜ ਤਾਂ ਸਾਰੇ ਮਨਾਂ ਦੀਆਂ ਗੱਲਾਂ ਜਾਣਨੇ ਵਾਲੇ ਅੰਤਰਜਾਮੀ। ਬਨਹਿ ਨ ਕਹਿਬੋ ਨਿਕਟ ਤੁਮਾਰੇ। ਅੰਤਰਜਾਮੀ ਹੋ ਸੱਚੇ ਪਾਤਸ਼ਾਹ, ਇਸ ਕਰਕੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਬੋਲ ਕੇ ਦੱਸ ਹੀ ਨਹੀਂ ਸਕਦੀ। ਦੱਸਾਂ ਦਾ ਮੈਂ ਤਾਂ ਜੇ ਤੁਹਾਨੂੰ ਮੇਰੇ ਮਨ ਦੀ ਦਸ਼ਾ ਦਾ ਨਾਮ ਪਤਾ ਹੋਵੇ। ਪਰਖ ਪ੍ਰੇਮ ਕੋ ਰਾਖੋ ਸਾਥ। ਬਸ ਫਿਰ ਜੇ ਨਹੀਂ, ਕਹਿੰਦੀ ਫਿਰ ਮੇਰਾ ਪ੍ਰੇਮ ਪਰਖ ਲਓ, ਵੀ ਮੇਰਾ ਜੇ ਪ੍ਰੇਮ ਤਾਂ ਸੱਚਾ ਆ ਤੁਹਾਡੇ ਨਾਲ, ਫਿਰ ਮੈਨੂੰ ਨਾਲ ਲੈ ਜਾਓ। ਜੇ 'ਚ ਕੋਈ ਵਾਲ ਫਰੇਬ ਹੈ, ਸੱਚਾਈ ਨਹੀਂ ਹੈ, ਫਿਰ ਮੈਂ ਰਹਿਣ ਨੂੰ ਤਿਆਰ। ਤੇ ਇਹ ਤੁਸੀਂ ਦੇਖਣਾ ਹੁਣ ਵੀ ਮੇਰਾ ਪਿਆਰ ਸੱਚਾ ਹੈ ਜਾਂ 'ਚ ਕੋਈ ਵਾਲ ਫਰੇਬ ਹੈ। ਇਹੀ ਕਾਮਨਾ ਪੁਰ ਬਹੁ ਨਾਥ। ਬਸ ਮੇਰੀ ਇਹੋ ਹੀ ਕਾਮਨਾ ਹੈ, हे ਸੁਆਮੀ ਜੀ। ਦੀਨ ਮਨਾ ਆਤਿਸ਼ੈ ਗੁਰ ਜਾਨੀ। ਸਤਿਗੁਰਾਂ ਨੇ ਜਦੋਂ ਉਸ ਦੇ ਮਨ ਨੂੰ ਬਹੁਤ ਜ਼ਿਆਦਾ ਦੀਨ ਵੇਖਿਆ ਤੇ ਬਿਲਕੁਲ ਜੀਉ ਨਿਰਮਲ, ਬਾਹਰੋਂ ਨਿਰਮਲ ਤੱਕਿਆ।
ਚਲਨ ਸੰਗ ਬਿਨਤੀ ਇਹੋ ਤੇ ਮਾਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕਰ ਦਿੱਤੀ, ਠੀਕ ਹੈ ਸਾਹਿਬ ਕੌਰ ਜੀ, ਤੁਸੀਂ ਸਾਡੇ ਨਾਲ ਜਾ ਸਕਦੇ ਹੋ। ਸੰਗਤ ਮਹਿ ਸੁੰਦਰੀ ਕੋ ਸ਼ੋਰ। ਦਿੱਲੀ ਦੇ ਵਿੱਚ ਸਤਿਗੁਰਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਛੱਡ ਦਿੱਤਾ ਹੈ, ਕਿਉਂਕਿ ਦਿੱਲੀ ਦੀਆਂ ਸੰਗਤਾਂ ਦੀ ਬੜੀ ਵੱਡੀ ਇਹ ਮੰਗ ਸੀ ਵੀ ਆਪਣੀ ਜਗ੍ਹਾ ਜ਼ਰੂਰ ਕਿਸੇ ਨੂੰ ਇੱਥੇ ਛੱਡ ਕੇ ਜਾਵੋ। ਚਲਿਓ ਚਹੈ ਪ੍ਰਭ ਦਛਨ ਔਰ। ਸਤਿਗੁਰੂ ਜੀ ਨੇ ਦੱਖਣ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ ਹਨ। ਇਤਨੇ ਬਿਖੈ ਬਹਾਦਰ ਸ਼ਾਹੂ। ਇੰਨੇ 'ਚ ਫਿਰ ਬਹਾਦਰ ਸ਼ਾਹ, ਜਿਸ ਨੇ ਕੋਣ ਹਿੰਦੁਸਤਾਨ ਦਾ ਤਖਤ ਸੰਭਾਲ ਲਿਆ ਸੀ, ਤੇ ਸੋ ਸਾਰਾ ਕੰਮ ਕਾਰ ਹੁਣ ਵਧੀਆ ਦਾ ਚੱਲਣ ਲੱਗ ਪਿਆ ਸੀਗਾ, ਆਗਰੇ ਤੋਂ ਚਲਾਉਂਦਾ ਸੀ ਸਾਰਾ ਸੋ ਰਾਜ ਪ੍ਰਬੰਧ। ਤੇ ਇੰਨੇ ਵਿੱਚ ਫਿਰ ਨਿਜ ਉਮਰਾਵ ਪਠਿਓ ਗੁਰ ਪਾਹੂ। ਇਹਨੇ ਫਿਰ ਆਪਣਾ ਇੱਕ ਅਮਰਾਓ ਭੇਜਿਆ, ਤੇ ਉਮਰਾਓ ਦਿੱਲੀ ਆਣ ਕੇ ਸਤਿਗੁਰਾਂ ਨੂੰ ਮਿਲਦਾ। ਧਰ ਅਕੋਰ ਕਰ ਜੋਰ ਨਮੋ ਕੀਐ। ਤੇ ਬਹਾਦਰ ਸ਼ਾਹ ਨੇ ਕੁਝ ਭੇਟਾ ਭੇਜੀ ਸੀ, ਤੇ ਫਿਰ ਬੇਨਤੀ ਸੀ, ਉਹ ਬਹਾਦਰ ਸ਼ਾਹ ਵੱਲੋਂ ਬੇਨਤੀ ਕਰਦਾ ਹੈ ਉਮਰਾਓ। ਸਭ ਬਿਰਤੰਤ ਪ੍ਰਭੂ ਢਿਗ ਕਹਿ ਦੀਐ। ਸਾਰਾ ਹਾਲ ਜੋ ਬਹਾਦਰ ਸ਼ਾਹ ਦਾ ਸੀਗਾ ਉਹ ਸਤਿਗੁਰੂ ਜੀ ਦੇ ਸਨਮੁਖ ਕਹਿ ਦਿੱਤਾ ਇਸ ਉਮਰਾਓ ਨੇ। ਜੰਗ ਜੀਤ ਸਲਤਨ ਕੋ ਪਾਏ। ਤੇ ਬਾਦਸ਼ਾਹ ਇਹ ਕਹਿੰਦਾ ਵੀ ਤੁਹਾਡੀ ਕਿਰਪਾ ਦੇ ਨਾਲ ਯੁੱਧ ਜਿੱਤਿਆ ਗਿਆ, ਤੇ ਮੈਂ ਹਿੰਦੁਸਤਾਨ ਦਾ ਤਖਤ ਹਾਸਲ ਕਰ ਲਿਆ ਹੈ। ਨਗਰ ਆਗਰੇ ਥਰਿਓ ਸੁਹਾਏ। ਤੇ ਹੁਣ ਮੈਂ ਆਗਰੇ ਦੇ ਵਿੱਚ ਹੀ ਬੈਠ ਕੇ ਤੇ ਹਿੰਦੁਸਤਾਨ ਦਾ ਸਾਰਾ ਪ੍ਰਬੰਧ ਚਲਾ ਰਿਹਾ ਹਾਂ। ਰਾਵਰ ਕੋ ਪ੍ਰਸੰਗ ਨਿਤ ਕਹੈ। ਤੇ ਆਪ ਜੀ ਨੂੰ ਹਰ ਰੋਜ਼ ਬਹਾਦਰ ਸ਼ਾਹ ਜੀ ਯਾਦ ਕਰਦੇ ਰਹਿੰਦੇ ਹਨ। ਮਿਲਬੈ ਹੇਤ ਪ੍ਰਤੀਖਤ ਰਹੈ। ਹੁਣ ਉਡੀਕ ਕਰ ਰਹੇ ਨੇ ਤੁਹਾਨੂੰ ਮਿਲਣ ਵਾਸਤੇ। ਕਿਰਪਾ ਕਰੋ ਨਿਜ ਦਰਸ਼ ਦਿਖਾਵੋ। ਤੇ ਕਿਰਪਾ ਕਰੋ ਹੁਣ ਆਪਣੇ ਦਰਸ਼ਨ ਦਿਓ ਆਗਰੇ ਵਿੱਚ ਆਣ ਕੇ। ਮਿਰਦ ਬਾਕਨ ਕੋ ਕਹਿ ਹਰ ਖਾਵੋ। ਆਪਣੇ ਪਾਵਨ ਪਵਿੱਤਰ ਜਿਹੜੇ ਬੋਲ ਨੇ, ਮਿੱਠੇ ਬਚਨ ਨੇ, ਇਹ ਮਿੱਠੇ ਬਚਨਾਂ ਦੁਆਰਾ ਤੇ ਬਹਾਦਰ ਸ਼ਾਹ ਨੂੰ ਵੀ ਨਿਹਾਲ ਕਰੋ। ਤੇ ਹੋਰ ਉੱਥੇ ਜਿਹੜੇ ਸੋ ਜਿਨ੍ਹਾਂ ਨੂੰ ਹੁਣ ਆਪ ਜੀ ਦੇ ਨਾਲ ਪਿਆਰ ਹੋ ਗਿਆ, ਤੇ ਉਹਨਾਂ ਸਾਰਿਆਂ ਨੂੰ ਨਿਹਾਲ ਕਰੋ ਜੀ। ਸ਼੍ਰੀ ਗੁਰ ਕਹਿਓ ਬਿਲਮ ਨਹਿ ਕਾਈ। ਤੇ ਸਤਿਗੁਰਾਂ ਨੇ ਫਿਰ ਉਮਰਾਓ ਨੂੰ ਕਹਿ ਦਿੱਤਾ ਵੀ ਹੁਣ ਸਾਡੇ ਇੱਥੋਂ ਤੁਰਨ ਵਿੱਚ ਕੋਈ ਦੇਰੀ ਨਹੀਂ, ਕਿਉਂਕਿ ਇੱਥੇ ਦਿੱਲੀ ਦਾ ਸਾਰਾ ਪ੍ਰਬੰਧ ਕਰ ਦਿੱਤਾ ਹੈ। ਸੰਗਤਾਂ ਦੀ ਡਿਮਾਂਡ ਦੇ ਉੱਤੇ ਅਸੀਂ ਸੁੰਦਰ ਕੌਰ ਜੀ ਨੂੰ ਇੱਥੇ ਛੱਡ ਦੇਣਾ, ਤੇ ਸਾਹਿਬ ਕੌਰ ਜੀ ਨੂੰ ਨਾਲ ਹੀ ਲੈ ਜਾਣਾ ਦੱਖਣ ਦੇਸ਼ ਵੱਲ। ਕੂਚ ਹੋਣ ਤਿਆਰੀ ਕਰਵਾਈ। ਸਤਿਗੁਰਾਂ ਨੇ ਫਿਰ ਚਾਲੇ ਪਾਉਣ ਵਾਸਤੇ ਦਿੱਲੀ ਤੋਂ ਆਗਰੇ ਵੱਲ ਨੂੰ ਤਿਆਰੀ ਕਰਵਾ ਲਈ, ਹੁਕਮ ਦੇ ਦਿੱਤਾ। ਕੇਤਕ ਦਿਨ ਮਹਿ ਪਹੁੰਚਹਿ ਜਾਈ। ਸੋ ਬਸ ਬਾਦਸ਼ਾਹ ਨੇ ਕਿਹਾ ਉਹਨੂੰ ਉਮਰਾਓ ਨੂੰ, ਬਸ ਥੋੜੇ ਦਿਨਾਂ ਵਿੱਚ ਅਸੀਂ ਆਗਰੇ ਪਹੁੰਚ ਜਾਵਾਂਗੇ। ਕਹੋ ਸ਼ਾਹੋ ਪ੍ਰਤ ਹਮ ਚਲ ਆਏ। ਬਸ ਬਾਦਸ਼ਾਹ ਨੂੰ ਜਾ ਕੇ ਸੁਨੇਹਾ ਦੇ ਦੇ ਵੀ ਹੁਣ ਤੇਰੀ ਵੱਲ ਨੂੰ ਹੀ ਅਸੀਂ ਆ ਰਹੇ ਹਾਂ, ਅਸੀਂ ਦਿੱਲੀ ਤੋਂ ਹੁਣ ਚਾਲੇ ਪਾ ਦਿੱਤੇ ਹਨ। ਸੁਣ ਉਮਰਾਵ ਕਹਿਨ ਪੁਨ ਲਾਗਾ। ਫਿਰ ਉਮਰਾਓ ਕਹਿਣ ਲੱਗਾ ਹੈ, ਸੰਗ ਆਪ ਕੇ ਬਹੁ ਅਨੁਰਾਗਾ। ਵੇ ਮਹਾਰਾਜ ਜੀ, ਬਹਾਦਰ ਸ਼ਾਹ ਦਾ ਆਪ ਜੀ ਦੇ ਨਾਲ ਬਹੁਤ ਵੱਡਾ ਭਾਰੀ ਪਿਆਰ ਹੈ। ਤਉ ਸ਼ਰੀਅਨ ਤੇ ਡਰ ਪੰਤ। ਪਰ ਫੇਰ ਵੀ ਜਿਹੜੇ ਸ਼ਰ੍ਹਾ ਵਾਲੇ ਨੇ ਨਾ, ਜਿਹੜੇ ਜ਼ਿਆਦਾ ਕੱਟੜਪੰਥੀ ਨੇ, ਉਹਨਾਂ ਤੋਂ ਉਹ ਭੈ ਖਾ ਰਿਹਾ ਹੈ। ਤੁਮ ਦਿਸ ਆਏ ਸਕੈ ਨਾ ਕਦੰਤ। ਮੇਰੀ ਜਗ੍ਹਾ ਤਾਂ ਬਾਦਸ਼ਾਹ ਨੇ ਆਪ ਚੱਲ ਕੇ ਆਉਣਾ ਸੀ ਤੁਹਾਡੇ ਕੋਲ, ਪਰ ਜਿਹੜੇ ਕੱਟੜਪੰਥੀ ਨੇ ਨਾ, ਉਹਨਾਂ ਤੋਂ ਡਰਦਾ ਮਾਰਾ ਬਾਦਸ਼ਾਹ ਆਪ ਨਹੀਂ ਆ ਸਕਿਆ, ਤੇ ਚੋਰੀ ਮੈਨੂੰ ਹੀ ਤੁਹਾਡੀ ਵੱਲੋਂ ਭੇਜਿਆ ਸੱਦਾ ਪੱਤਰ ਦੇ ਕੇ। ਸਰਹਾ ਪਿਤਾ ਕੀ ਕਰੀ ਸੋ ਮਾਨੇ। ਜੋ ਪਿਤਾ ਨੇ ਕਾਨੂੰਨ ਬਣਾਇਆ ਸੀ, ਜੋ ਸ਼ਰ੍ਹਾ ਕੀਤੀ ਸੀ, ਉਹੀ ਬਹਾਦਰ ਸ਼ਾਹ ਨੇ ਸਵੀਕਾਰ ਕਰ ਲਈ ਹੈ ਸ਼ਰ੍ਹਾ, ਵੀ ਜੋ ਪਿਤਾ ਦੇ ਪੂਰਨੇ ਪਾਏ ਸਨ ਔਰੰਗਜ਼ੇਬ ਦੇ, ਮੈਂ ਉਸ ਤੇ ਚੱਲਾਂਗਾ। ਔਰੰਗਜ਼ੇਬ ਕਹਿੰਦਾ ਸੀ ਮੈਂ ਸਾਰਾ ਹਿੰਦੁਸਤਾਨ ਮੁਸਲਮਾਨ ਬਣਾਉਣਾ, ਤੇ ਬਹਾਦਰ ਸ਼ਾਹ ਨੇ ਫਿਰ ਸੋ ਇਹਨਾਂ ਸਾਰਿਆਂ ਉਮਰਾਵਾਂ, ਕਾਜ਼ੀਆਂ, ਮਲਾਣਿਆਂ ਦੇ ਸਾਹਮਣੇ ਗੱਲ ਮੰਨ ਲਈ ਸੀ ਕਿ ਮੈਂ ਸੋ ਔਰੰਗਜ਼ੇਬ ਵਾਂਗ ਹੀ ਸੋ ਹਰ ਇੱਕ ਹੀਲਾ, ਹਰ ਯਤਨ ਕਰਾਂਗਾ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਵਾਸਤੇ। ਅਹੈ ਸਕੇਲ ਸੈਂਕੜੇ ਸਿਆਨੇ। ਸੋ ਫਿਰ ਉਸ ਦੇ ਕੋਲ ਹੁਣ ਸੈਂਕੜੇ ਹੀ ਵਿਦਵਾਨ ਨੇ, ਸਿਆਣੇ ਨੇ, ਤੇ ਕਾਜੀ ਮਲਾਣੇ ਬੜੇ ਭਾਰੀ ਵਿਦਵਾਨ ਨੇ, ਜਿਨ੍ਹਾਂ ਦੇ ਨਾਲ ਹਰ ਵਕਤ ਸਲਾਹ ਮਸ਼ਵਰਾ ਕਰਦਾ ਰਹਿੰਦਾ। ਔਰੰਗ ਦੈ ਮਾਨ ਵਧਾਏ। ਔਰੰਗਜ਼ੇਬ ਨੇ ਇਹਨਾਂ ਦਾ ਮਾਣ ਵਧਾਇਆ ਸੀ, ਭਾਵ ਇਹਨਾਂ ਨੂੰ ਬੜੀ ਖੁੱਲ੍ਹ ਦਿੱਤੀ ਹੋਈ ਸੀ। ਜਿਹੜੇ ਕੱਟੜਪੰਥੀ ਸੀ ਨਾ,
ਉਹਨਾਂ ਨੂੰ ਬੜੇ ਬੜੇ ਉੱਚੇ ਅਹੁਦੇ ਦਿੱਤੇ ਹੋਏ ਸੀਗੇ ਅਤੇ ਉਹਨਾਂ ਦਾ ਮਾਣ ਵਧਾਇਆ ਹੋਇਆ ਸੀਗਾ, ਉਹਨਾਂ ਨੂੰ ਪੈਸਾ ਵਾਹਵਾ ਦਿੰਦਾ ਸੀਗਾ। ਅਤੇ ਇਹਨੇ ਕਹਿਤਾ ਜਿੱਦਾਂ ਔਰੰਗਜ਼ੇਬ ਨੇ ਕੀਤਾ ਮੇਰੇ ਪਿਤਾ ਨੇ, ਉਸੇ ਤਰ੍ਹਾਂ ਹੀ ਤੁਹਾਡੇ ਅਹੁਦੇ ਕਾਇਮ ਰਹਿਣਗੇ। ਜਿੱਦਾਂ ਉਹਦੀਆਂ ਨੀਤੀਆਂ ਸੀਗੀਆਂ ਉਹਨਾਂ ਨੀਤੀਆਂ ਨੂੰ ਹੀ ਮੈਂ ਅਪਣਾਵਾਂਗਾ। ਨਿਤ ਬੈਠਤ ਢਿਗ ਸੋ ਸਮੁਦਾਏ। ਉਹ ਇਹ ਸਾਰਾ ਸਮੁਦਾਇ, ਇਹ ਸਾਰਾ ਝੁੰਡ ਦਾ ਝੁੰਡ ਜਿਹੜਾ ਔਰੰਗਜ਼ੇਬ ਦੇ ਕੋਲ ਬੈਠਦਾ ਸੀ ਉਹਨੂੰ ਪੁੱਠੀਆਂ ਮੱਤਾਂ ਦਿੰਦਾ ਸੀ, ਹੁਣ ਹਰ ਰੋਜ਼ ਨੇਤਾ ਭਰਤ ਬਹਾਦਰ ਸ਼ਾਹ ਦੇ ਕੋਲ ਬਹਿਣ ਲੱਗ ਪਿਆ ਹੈ। ਜਾਤੇ ਆਏ ਨਾ ਸੁਖ ਚਿਤ ਰਹੈ। ਇਸ ਕਰਕੇ ਬਾਦਸ਼ਾਹ ਬਹਾਦਰ ਸ਼ਾਹ ਘਬਰਾਉਂਦਾ ਹੈ, ਆਪ ਜੀ ਵੱਲ ਨਹੀਂ ਆਇਆ ਜੀ ਚੱਲ ਕੇ। ਤਉ ਦਰਸ਼ ਅਵਲੋਕਨ ਚਹੈ। ਪਰ ਉਸ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਲਈ ਬੜੀ ਭਾਰੀ ਚਾਹਤ ਹੈ। ਇਤਿਆਦਕ ਬਿਨਤੀ ਬਹੁ ਕੀਨ। ਇੰਜ ਬਹੁਤ ਜ਼ਿਆਦਾ ਫਿਰ ਆਪ ਇਮਰਾਮ ਨੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ ਹੈ। ਸ਼੍ਰੀ ਪ੍ਰਭ ਸਿਰੇ ਪਾਓ ਤਿਸ ਦੀਨ। ਮਹਾਰਾਜ ਨੇ ਫਿਰ ਇਮਰਾਮ ਨੂੰ ਸਿਰੋਂ ਪਾ ਦੇ ਕੇ ਤੋਰਣਾ ਕੀਤਾ ਜੀ। ਰੁਖਸਦ ਹੋਏ ਗਮਨਿਓ ਤਤਕਾਲਾ। ਇਹ ਦਿੱਲੀ ਤੋਂ ਛੁੱਟੀ ਲੈ ਕੇ ਗੁਰੂ ਸਾਹਿਬ ਜੀ ਪਾਸੋਂ ਆਗਰੇ ਨੂੰ ਚੱਲ ਪਿਆ ਇਮਰਾਮ। ਕਹਿਓ ਸ਼ਾਹੋ ਸੋ ਹਰਖ ਵਿਸਾਲਾ। ਤੇ ਜਦੋਂ ਜਾ ਕੇ ਬਾਦਸ਼ਾਹ ਨੂੰ ਦੱਸਿਆ ਵੀ ਗੁਰੂ ਸਾਹਿਬ ਜੀ ਚੱਲ ਪਏ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਰਹਿਓ ਪ੍ਰਤੀਖਤ ਪ੍ਰਭ ਕੋ ਫੇਰ। ਤੇ ਫਿਰ ਰੋਜ਼ ਗੁਰੂ ਸਾਹਿਬ ਜੀ ਨੇ ਹੁਣ ਉਡੀਕਦਾ ਸੀ ਵੀ ਗੁਰੂ ਸਾਹਿਬ ਜੀ ਅੱਜ ਵੀ ਆਏ, ਅੱਜ ਵੀ ਆਏ। ਮਿਲ ਬੋਲੋਂ ਗੁਰ ਦਰਸ਼ਨ ਹੇਰ। ਕਹਿੰਦਾ ਬਸ ਹੁਣ ਜਦੋਂ ਮੈਂ ਮਿਲਾਂਗਾ ਫੇਰ ਸਾਰੀਆਂ ਗੱਲਾਂ ਕਰਾਂਗਾ। ਤੇ ਹੁਣ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਇਹਨਾਂ ਦੇ ਹੱਥ ਚਿੱਠੀ 'ਤੇ ਨਹੀਂ ਲਿਖੀਆਂ ਜਾ ਸਕਦੀਆਂ, ਉਹ ਚਿੱਠੀਆਂ ਲੀਕ ਆਊਟ ਹੋ ਜਾਂਦੀਆਂ। ਤੇ ਫਿਰ ਇਹ ਕਿਸੇ ਦੇ ਦੁਆਰਾ ਬੇਨਤੀ ਵੀ ਨਹੀਂ ਮੈਂ ਕਰਵਾ ਸਕਦਾ। ਬਹੁਤ ਐਸੀਆਂ ਗੱਲਾਂ ਨੇ ਜਿਹੜੇ ਮਿਲ ਕੇ ਇਕੱਲਿਆਂ ਦੇ ਨਾਲ ਹੀ ਕਰਾਂਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸੋ ਆਗਰੇ ਇੱਥੇ ਜਦੋਂ ਪਹੁੰਚਦੇ ਆ, ਕਿਵੇਂ ਬਹਾਦਰ ਸ਼ਾਹ ਦੇ ਨਾਲ ਮੇਲ, ਹੋਰ ਰਾਸਤੇ ਦੇ ਵਿੱਚ ਜੋ ਪ੍ਰਸੰਗ ਹੁੰਦੇ ਨੇ ਸਾਰੀ ਕਥਾ ਸਰਵਣ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਨੂੰ ਬੜਭਾਗਾ ਸਮਾਂ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ। ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ। ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਪਰੇਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਹਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆਂ। ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਦਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੋਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਧਾਈ ਦਾਇਆ। ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਛੇ ਧਰਮ ਹਦੌਰ। ਕਰਮੀ ਆਪੋ ਆਪਣੀ ਕੇ ਨੜੇ ਕੈ ਦੌਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਭੈ ਅਰਦਾਸ। ਜੀਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ
ਸੋਨਾ, ਆਨੰਦ ਕਰੇ ਨਰ ਨਾਰੀ। ਹਰ ਹਰ ਪ੍ਰਭ ਕਿਰਪਾ ਧਾਰੀ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਆ। ਵਾਹਿਗੁਰੂ ਜੀ ਕੋ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਹਾਗੜਾ ਮਹੱਲਾ ਨਾਵਾਂ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਹਰ ਬਹੁ ਲੋਗ ਸਿਆਣੇ, ਹਰ ਕੀ ਗਤ ਨਹਿ ਕੋ ਜਾਣੈ। ਜੋਗੀ ਜਤੀ ਤਪੀ ਪਚਹਾਰੇ, ਹਰ ਬਹੁ ਲੋਗ ਸਿਆਣੇ। ਰਹਾਉ ਛਿਨ ਮੈ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੈ, ਯਹ ਤਾਕੋ ਬਿਵਹਾਰੇ। ਆਪਣੀ ਮਾਇਆ ਆਪ ਪਸਾਰੀ, ਆਪਹਿ ਦੇਖਣ ਹਾਰਾ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਅਗਣਤ ਅਪਾਰ ਅਲਖ ਨਿਰੰਜਨ, ਜੇ ਸਭ ਜਗ ਭਰਮਾਇਆ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਅਗਣਤ ਅਪਾਰ ਅਲਖ ਨਿਰੰਜਨ, ਜੇ ਸਭ ਜਗ ਭਰਮਾਇਓ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰੂ ਕਾ ਸ਼ਬਦ ਹਵਾਰੀ ਚੌਕ ਚੌਧਰ ਹਮਾਰੀ ਰਾਮ ਨਾਮ ਮਹੱਲਾ ਪੰਜਵਾਂ। ਜੈ ਕਰ ਭਾਗਾ ਦਾਦੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮੰਦਿਰ ਮੈਂ ਦਾਤਾ ਰਹਾਉ। ਨਾਨਕ ਪ੍ਰਭੂ ਵਿਨਾਸੀ ਤਾ ਕਿਸੇ ਮੰਦਿਰ ਦੀ ਜਾਸੀ। ਆਨੰਦ ਕਰੇ ਤੇਰੇ ਦਾਸਾ ਪਿਆ ਪੂਰਨ ਹੋਈ ਆਸਾ। ਬਿਲਾਵ ਮਹੱਲਾ ਪੰਜਵਾਂ। ਤਾਤੀ ਬੋਲਣ ਲੱਗੇ ਪਾਲ ਨੂੰ ਸਰਨਾਈ ਚੌਗਿਰਦ ਹਮਾਰੀ ਰਾਮ ਕਰ ਦੁਖ ਲਗੇ ਨਾ ਪਾਈ। ਸਤਿਗੁਰ ਤੁਮ ਲਪੇਟਿਆ ਜੀ ਮੰਤ ਬਣਾਈ, ਰਾਮ ਨਾਮ ਔਖਦ ਮੁਸਕਾਨ ਬਣਾਈ। ਰਹਾਉ ਰਾਖ ਲੀਨ ਰਖਣ ਸੁਵਿਆਦ ਮਿਟਾਈ, ਕਹੋ ਨਾਨਕ ਕਿਰਪਾ ਆਪੀ ਕਿਰਪਾ ਐਸੇ ਸਲੋਕ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਥਣਾ ਹੋਣਾ ਥੋੜਾ ਸੁਣਨ ਜਾਏ ਦੂਤ। ਸ਼ਲੋਕ ਮਹਲਾ ਪੰਜਵਾਂ। ਮਨ ਮੈਂ ਚਿਤ ਵਚਿਤ ਨਿਦਮ ਕਰੋਠ ਨੀਕ, ਹਾਰ ਕੀਰਤਨ ਕਾ ਹਰਿ ਦੇ ਨਾਨਕੇ ਵੀ ਸੋਲਾ। ਰਾਗਾਵੜੀ ਦੀ ਕੀ ਮਹਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਜੈ ਕਰਤੇ ਆਖੇ ਕਰਤੇ ਕਹੋ ਵਿਚਾਰੋ, ਤੈ ਤੇ ਕਰ ਗਾਵੋ ਸੋਹਲਾ। ਸਿਵਰਿਓ ਸਿਰਜਣਹਾਰੋ, ਤੁਮ ਗਾਓ ਮੇਦ ਨਿਰਭਉ ਤੁਮ ਸੋਹਲਾ। ਹਉ ਮਿਲ ਜੀ ਸੋਹਲੇ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸਮਾਧੀਆਂ ਦੇਖੇਗਾ ਦੀਨਹਾਰ, ਤੇਰੇ ਦਾਨੇ ਕੀਮਤ ਨਾਉ ਬਾਦੀ ਦਾਦੀ ਗੁਣ ਸਮਾਰ। ਸਭੋ ਸਾਰ ਲਿਖਿਆ ਮਿਲ ਕਿਰਪਾਉ ਤੇਲ ਦੇ ਸਗਲ ਸੀਸਣਿਆ ਜਿਉ ਸਹਿਬ ਸਮੇਤ। ਘਰ ਘਰ ਪਹੁੰਚੈ ਸਭੇ ਪਵਨ ਸੱਜਣਾ, ਸਿਮਰਿਆ ਨਾਨਕ ਸੇ ਦੇ ਮੰਗਲਾ। ਸਾਵਣ ਦਾ ਪਹਿਲਾ। ਸ਼ੇਰ ਦੇਸ਼ ਗੁਰੂ ਗੁਰੂ ਕੋ ਵਿਸ ਦੇਖ ਬਾਬਾ ਜੈ ਕਰ ਕਰਤੇ ਕੀਰਤ ਹੋਇ ਸੋ ਕਰ ਆਪ ਬੰਦ ਤੋਇ ਰਹਾਉ। ਵਿਸਵੇਂ ਚ ਸੈਂਕੜੀਆਂ ਪੈਰਾਂ ਤੇਤੀ ਵਾਰੀ ਮਾਹ ਹੋਵ। ਸੂਰਜ ਗੁਰੂ ਤਨੇ ਨਾਨਕ ਕਰਤੇ ਕੀ ਕੀਤੀ ਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ। ਗੁਰੂ ਰਾਗ ਜੰਗੀ ਬਨੇ ਤਾਰ ਕਮਲ ਜਨਕ ਮੋਤੀ। ਧੂਪ ਬਨੇ ਅੰਨ ਪਵਨ ਚਬਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਮੇਰੇ ਪ੍ਰਸੰਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨੈਣ ਤੇਰੇ ਕੋ ਸਹਿਸ ਮੂਰਤ ਵਿਨਾਇਕ ਤੋਹੀ। ਸਹਿਸ ਪਦ ਵਿਮਲ ਅਗਨਿ ਪਦ ਗੰਧ ਬਿਨ ਸਹਿਸ ਤਵ ਗੰਧ ਉਚੰਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਈ ਕਿਸਨ ਚੰਨ, ਸਭ ਮੈਂ ਚਾਨਣ ਹੋਏ। ਗੌਰ ਸਾਖੀ ਜੋਤ ਪ੍ਰਗਟ ਹੋਈ, ਜੋ ਕਿਸ ਬਾਣੀ ਸੁਆਰਤੀ। ਚਰਨ ਕਮਲਾਂ ਬਲੋਤ ਆਨੰਦ ਨਮਾਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਧਿ ਕੋਈ ਜਾਤ ਤੇਰੇ ਨਾਲ ਵਾਸਾ। ਰਾਗਾਵੜੀ ਗੁਰੂ ਗੁਰੂ ਚੌਥਾ ਕਾਮ ਕਰੇ ਨਗਰ ਕਰੇ ਅਮਰ ਸਾਧੇ ਖੰਡਾ ਖੰਡਾ ਹੈ। ਤੂੰ ਲਿਖ ਲਿਖੇ ਗੁਰ ਖਵਾਇਆ ਮਨ ਹਾਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕੰਡੋਤ ਪਨ ਵੱਡਾ ਹੈ। ਰਹਾਉ ਸਾਖਤ ਹਰ ਸਾਧ ਨਾ ਜਾਣਿਆ, ਤਨੰਤ ਖੰਡਾ ਹੈ। ਜਿਉਂ ਜਿਉਂ ਚੱਲੇ ਚੁੱਭੇ ਦੁਖ ਪਾਵੇ, ਜਮਕਾਲ ਸਹਿਜ ਮੰਡਾ ਹੈ। ਹਰ ਜਨ ਹਰ ਹਰ ਨਾਮ ਸਮਾਏ, ਦੁਖ ਜਨ ਮਰਨ ਹਰ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਵਣ ਵੱਡਾ ਹੈ।
ਫਿਰ ਨਾਨਕ ਨਾਮ ਧਾਰ ਕੀ ਕਰਨਾ ਮੇਰੀ ਸੁਖ ਮੰਡੇ ਰਾਗ ਗੌੜੀ ਪੂਰੇ ਮਹਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤੋਂ ਕੀ ਗੱਲਾਂ ਨਾ ਖਾਲਸੇ ਗੱਲਾਂ ਆਗਿਆ ਸੰਸੇਲਾ ਬਹੁਤ ਕਟਾ ਦਿਨ ਸਰਾ ਨਾਮ ਗੁਣ ਗੁਣ ਕਾ ਸਵਾਰੀ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤੇਰੇ ਜਾਂ ਕੋ ਆਇ ਸੋਈ ਬਿਹਾਰ ਦੇ ਗੁਰਤੀ ਮੈਨੂੰ ਸੇਰਾ ਨਿਜ ਕਰ ਮੈਂ ਪਾਵ ਸੁਖ ਸਹਿਜੀ ਬਾਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ